ਨਾਲ ਮਿਲ ਕੇ ਉਹਨੇ ਮਾਰ ਕੇ ਗੰਢ ਉਹਦੇ ਨਾਲ ਬਣਾਈ ਏ, ਖੁਦ ਗੰਢ ਬਣਾਈ ਏ, ਉਹਦੇ ਗਲੇ ਨੂੰ ਰੱਸੀ ਖੁਦ ਬਣਾਈ ਉਹਨੇ ਇੱਥੋਂ। ਐਸਾ ਲਾਲਚੀ ਬੁਲਾਏ ਜਦੋਂ ਦੀ ਮੇਰੇ ਭਰਾ ਦੇ ਘਰ ਹੀ ਕੁਛ ਬਣਨ ਨਹੀਂ ਦਿੱਤਾ, ਹਰ ਸ਼ੈ ਪੇਕਿਆਂ ਨੂੰ ਪਹੁੰਚਾਉਂਦੀ। ਉਸੇ ਦਿਨ ਮਾਰ ਪਈ, ਉਹਨੇ ਕਿਹਾ ਉਹਦੀ ਬੇਗਮ ਲੈ ਕੇ ਆਓ, ਮੈਡਮ ਨੂੰ ਲੈ ਕੇ ਆਓ। ਮੈਡਮ ਲੈ ਗਏ, ਉਹਨੇ ਕਿਹਾ ਮੌਜੂਦ ਸੀ ਉਸ ਟਾਈਮ। ਕਰਵਾ ਕੇ ਮੇਰੇ ਨਾਲ ਗਲੀ ਬਣਾ ਕੇ ਕੈਸਰਾ ਗਈ ਹੈ, ਸਫਾਈ ਕਰਕੇ ਗਈ। ਸਿਰ ਚੋਂ ਖੂਨ ਜਾਂ ਨਿਕਲ ਗਿਆ ਨਾ, ਉਹਨੇ ਅੱਗੋਂ ਕਿਹਾ ਕਿ ਜ਼ਿਆਦਾ ਖੂਨ ਨਿਕਲਿਆ, ਜਿਸ ਨਾਲ ਖੂਨ ਥੱਲੇ ਆਏਗਾ ਉਹਨੇ ਘੁੱਟ ਕੇ ਰੱਸੀ ਬੰਨ੍ਹ ਜ਼ਬਾਨ ਉਹਦੀ ਬਾਹਰ ਆ ਗਈ। ਉਹਨਾਂ ਨੇ ਕਿਹਾ ਹੈ ਉਹਨੂੰ ਹੱਸ ਨੂੰ ਮਾਰ ਕੇ ਅਸੀਂ ਦੂਰ ਜਗ੍ਹਾ फेंक दे। इन्हों ने कितने लाश लपड़ी कितों। अस्सलाम वालेकुम नाज़रीन, मैं हूं एडी मलिक और ग्रीन टाउन का नौजवान और उसकी अहलिया ने अपने ही खावंद के मुलाजम के साथ मिलकर अपने खावंद को किस तरह से कत्ल करवाया। एक नौजवान को अपने इश्क में फंसाया और फिर उसके हाथों किस तरह से अपने खावंद को कत्ल किया। मेरे साथ मरहूम मकतूल आसफ़ की वालिदा और बहन मौजूद है। इनसे जानते हैं कि आसफ़ के साथ ऐसा क्या हुआ और ये कातिल कौन था जिसने इनके जवान साला बेटे को बेदर्दी से कत्ल किया। बाजी की होया सी आसफ़ दे नाल ते किवें ओहदा कत्ल होया जे? आसफ 11:30 मेरे को गया है, अद्धा घंटा बैठा है। फोन आया बंदे का कि हाँ जी उस्ताद जी कितने जे, कहता मैं बाजी वाले आया, बाजी तबीयत खराब हुई ना, गिरे ने बाजी वाले आया। अद्धे घंटे च मारिया और ठीक अद्धे घंटे तो पहले निकल गया है। उस तो बाद सानू नहीं पता ना उसकी आवाज़ सुनी ना उसकी शक्ल वेखी, सानू नहीं पता। वो रात वो दिन पूरा गैब रहा। दूसरे दिन रात को 9 बजे आया, मेरी वालदा ने 5000 रुपया दिता है। अब मैं माँ जी ये पैसे ले लो, मम्मी थोड़ा पुत्र ही हाँ। कौन आया सी जिहड़ा पैसे दे आया सी जवान शाह मुलाजम ਉਹਦਾ ਆਇਆ। मम्मी थोड़ा बेटा मोबाइल ਵੇਖੋ ਉਹਦਾ ਆਸਫ ਦਾ ਮੇਰੇ ਕੋਲ ਆਉਂਦਾ ਹੀ ਮੇਰੇ ਕੋਲੇ ਤੇ ਮੈਂ ਨਾ ਉਹ ਗਿਆ ਕਿਤੇ ਕੰਮ ਤੇ ਉਹ ਸੀ ਮੇਰੀ ਵਾਲਦਾ ਦੀ ਬੇਟੀ ਤੇ ਪੈਸੇ ਆਸਫ ਕੀ ਕੰਮ ਕਰਦਾ ਸੀ? ਆਸਫ ਮਰਾਠੀ ਦਾ ਕੰਮ ਕਰਦਾ ਸੀ, ਮਸ਼ੀਨ ਉਹਦੀ ਆਪਣੀ ਸੀ। ਇਹ ਜਿਹੜਾ ਰਿਜ਼ਵਾਨ ਸ਼ਾਹ ਹੈਗਾ ਇਹ ਉਹਦੇ ਕੋਲ ਮੁਲਾਜ਼ਮ ਸੀ। ਕਿੰਨੇ ਅਰਸੇ ਤੋਂ ਮੁਲਾਜ਼ਮਤ ਕਰਦਾ? 8 ਮਹੀਨੇ ਤੋਂ ਮੁਲਾਜ਼ਮ ਸੀ। ਸਾਡੇ ਜੇ ਸਾਡੀ ਸਮਝ ਚ ਗੱਲ ਆਈ ਹੈ ਉਹਨੇ ਤਾਂ ਦੱਸਿਆ, ਅੱਗੋਂ ਪਤਾ ਨਹੀਂ ਕੀ ਸੀ। ਕੀ ਕਹਾਣੀ ਸੁਣਾਈ ਸੀ ਕਿ ਆਸਫ ਆਪਣਾ ਮੋਬਾਈਲ ਫੋਨ ਦੇ ਕੇ ਕਿੱਥੇ ਚਲਾ ਗਿਆ? ਕਹਿੰਦਾ ਉਹ ਗਿਆ ਕੰਮ ਕਿਤੇ, ਬੰਦੇ ਦੋਸਤੋਂ ਦੇ ਬੜੇ ਗਹਿਰੇ ਸੀ, ਉਹਦੇ ਨਾਲ ਗਿਆ ਹੈ। ਤੇ ਮੇਰੀ ਵਾਲਦਾ ਨੇ ਨਾ ਰਾਤ ਨੂੰ ਵੱਡਾ ਬੇਟਾ ਆਇਆ, ਉਹਨੂੰ ਕਹਿੰਦੀ ਪੁੱਤਰ ਆਸਫ ਫੋਨ ਕਰ। ਆਸਫ ਦਾ ਮੋਬਾਈਲ ਤੇ ਗੱਡੀ ਜਿਹੜੀ ਉਹ ਨੌਕਰ ਮੁੰਡੇ ਕੋਲ ਸੀ। ਉਹ ਆਂਦਾ ਅੰਮੀ ਜੀ ਉਹ ਬੱਚਾ ਥੋੜੀ ਹੈ, ਦੂਜੇ ਦਿਨ ਰਾਤ ਦੀ ਗੱਲ ਹੈ, ਬੱਚਾ ਥੋੜੀ ਹੈ। ਕਹਿੰਦੀ ਪੁੱਤਰ ਤੂੰ ਕਰਦੇ ਹਾਂ। ਉਹਨੇ ਫੋਨ ਕੀਤਾ ਉਹ ਮੁਲਾਜ਼ਮ ਨੇ ਚੁੱਕਿਆ। ਉਸਤਾਦ ਜੀ ਉਹ ਆਰਫ ਸਾਹਿਬ ਉਹ ਗਿਆ ਕਿਤੇ ਕੰਮ, ਉਹ ਮੋਬਾਈਲ ਦੇਗਾ, ਉਹ ਮੋਬਾਈਲ ਤੇਰੇ ਕੋਈ ਕਰਦਾ ਹੈ। ਉਹ ਪਾਰਟੀਆਂ ਤਲਕ ਤੋਂ ਕਰਨੇ ਹੁੰਦੇ ਨਾ, ਕਹਿੰਦਾ ਮੈਨੂੰ ਡਿਸਟਰਬ ਨਾ ਆਵਾਂ ਤੇ ਕਰ ਦਿਓ ਠੀਕ ਹੈ। ਉਹਨੇ ਮੈਨੂੰ ਗੱਲ ਹਜ਼ਮ ਨਹੀਂ ਹੋ ਰਹੀ। ਸੁਬਾਹ ਨੂੰ ਉਹ ਸੁੱਤਾ ਪਿਆ 7 ਵਜੇ ਉੱਠ ਕੇ ਮਾਂ ਤੇ ਪਿਓ ਇੱਥੋਂ ਰਕਸ਼ਾ ਲਿਆ ਨੇ, ਜਲਦੀ ਉੱਥੇ ਪਹੁੰਚੇ ਨੇ ਬਾਗੜੀਏ ਉਹਦੀ ਵਰਕਸ਼ਾਪ। ਉੱਧਰੋਂ ਭੈਣ ਆ ਗਈ, ਉੱਧਰੋਂ ਹੋਰ ਰਿਸ਼ਤੇਦਾਰ ਸਾਡਾ ਸੀ ਉਹ ਆ ਗਿਆ। ਕੀ ਗੱਲ ਹੈ ਆਸਫ ਦਾ ਮੋਬਾਈਲ ਕਿਸੇ ਕੋਲ, ਆਸਫ ਗੱਲ ਨਹੀਂ ਕਰਦਾ, ਕੀ ਗੱਲ ਹੈ? ਤਾਲਾ ਤੋੜਨ ਲੱਗੇ, ਉੱਧਰ ਬੁੱਢੀ ਚਲੀ ਗਈ। ਉਹਨੇ ਮੇਰੀ ਤਾਂ ਹੁਣ ਸਵੇਰੇ ਗੱਲ ਹੋਈ ਉਹਦੇ ਨਾਲ। ਬੁੱਢੀ ਕਿਹੜੀ ਆ ਗਈ ਉੱਥੇ? ਜਿਹੜੀ ਬੇਗਮ ਉਹਦੀ ਬੇਗਮ। ਅੱਛਾ ਆਸਫ ਦੀ ਬੇਗਮ ਕੈਸਰਾ ਆ ਗਈ ਕਿ ਮੇਰੀ ਤਾਂ ਸੁਬਾਹ ਗੱਲ ਹੋਈ ਹੈ। ਅੱਛਾ ਕੈਸਰਾ ਨੇ ਕਿਹਾ ਕਿ ਮੇਰੀ ਆਸਫ ਦੇ ਨਾਲ ਸੁਬਾਹ ਗੱਲ ਹੋਈ ਹੈ। ਉਹਨੇ ਪੌਂਚਲ ਚ ਪਾਤਾ, ਉਹ ਰਾਤੀ ਲੜਿਆ ਮੇਰੇ ਨਾਲ। ਇਹ ਪੁਲਿਸ ਵਾਲੇ ਕਹੇ ਤੁਹਾਡੇ ਘਰ ਦਾ ਮਸਲਾ ਹੈ, ਘਰ ਚ ਸੁਲਝਾਓ। ਤਾਲਾ ਨਹੀਂ ਉਹਨੇ ਖੋਲਣ ਦਿੱਤਾ। ਇਹ ਪੁਲਿਸ ਚਲੀ ਗਈ ਹੈ ਆਪਣੇ ਭਰਾ ਨਾਲ ਬਹਿ ਕੇ, ਕਹਿੰਦੀ ਮੈਂ ਥਾਣੇ ਆਣੀ ਪਈ ਹਾਂ। ਤਾਲਾ ਉਹਨੇ ਕਿਉਂ ਨਹੀਂ ਖੋਲਣ ਦਿੱਤਾ? ਪੁਲਿਸ ਨੂੰ ਕਿਉਂ ਉਹਨੇ ਕਿਹਾ ਕਿ ਜੀ ਮੇਰੀ ਤੇ ਰਾਤ ਨੂੰ ਗੱਲ ਹੋਈ ਹੈ? ਉਹ ਇਹੀ ਝੂਠ ਬੋਲਿਆ। ਉਹ ਸ਼ਾਇਦ ਲਾਸ਼ ਅੰਦਰ ਹੋਈ ਗਈ ਜੀ, ਉਹਦੇ ਨੂੰ ਅੰਦਰ ਹੀ ਮਾਰ ਕੇ ਰੱਖਿਆ ਸੀ। ਅੰਦਰ ਹੀ ਮਾਰ ਕੇ। ਉਹਦਾ ਬਕੌਲ ਹੈ ਜ਼ਵਾਨ ਸ਼ਾਹ ਦੇ ਕਿ ਮੈਂ 24 ਘੰਟੇ ਬਾਅਦ ਅੰਦਰੋਂ ਲੈ ਕੇ ਗਿਆ। ਜਦੋਂ ਯਾਨੀ ਕਿ ਤੁਹਾਡੀ ਜਿਹੜੀ ਭਾਬੀ ਸੀ ਉਹ ਵੀ ਕਾਤਲ ਦੇ ਨਾਲ ਮਿਲੀ ਹੋਈ ਸੀ? ਕਾਤਲ ਨਾਲ ਮਿਲ ਕੇ ਉਹਨੇ ਮਾਰ ਕੇ ਗੰਢ ਉਹਦੇ ਨਾਲ ਬਣਾਈ ਏ, ਖੁਦ ਗੰਢ ਬਣਾਈ ਏ, ਉਹਦੇ ਗਲੇ ਨੂੰ ਰੱਸੀ ਖੁਦ ਬਣਾਈ ਉਹਨੇ ਇੱਥੋਂ। ਉਹਨੇ ਸਿਰ ਚੋਂ ਖੂਨ ਜਾਂ ਨਿਕਲ ਗਿਆ ਨਾ, ਉਹਨੇ ਅੱਗੋਂ ਕਿਹਾ ਕਿ ਜ਼ਿਆਦਾ ਖੂਨ ਨਿਕਲਿਆ, ਜਿਸ ਨਾਲ ਖੂਨ ਥੱਲੇ ਆਏਗਾ ਉਹਨੇ ਘੁੱਟ ਕੇ ਰੱਸੀ ਬੰਨ੍ਹ ਜ਼ਬਾਨ ਉਹਦੀ ਬਾਹਰ ਆ ਗਈ ਸੀ। ਕੈਸਰਾ ਨੂੰ ਕਿਉਂ ਐਡੀ ਨਫ਼ਰਤ ਹੋ ਚੁੱਕੀ ਸੀ ਆਪਣੇ ਖਾਬ? ਨਫ਼ਰਤ ਨਹੀਂ ਸੀ ਹੋਈ, ਕੈਸਾ ਲਾਲਚੀ ਬੁਲਾਏ ਜਦੋਂ ਦੀ ਮੇਰੇ ਭਰਾ ਦੇ ਘਰ ਹੀ ਕੁਛ ਬਣਨ ਨਹੀਂ ਦਿੱਤਾ, ਹਰ ਸ਼ੈ ਪੇਕਿਆਂ ਨੂੰ ਪਹੁੰਚਾਉਂਦੀ ਹੈ। ਹਰ ਚੀਜ਼ ਤੁਹਾਡੀ ਰਿਸ਼ਤੇਦਾਰ ਸੀ? ਨਹੀਂ ਆਟੋ ਫੈਮਿਲੀ ਸੀ ਤੇ ਇਹ ਹਰ ਚੀਜ਼ ਪਹੁੰਚਾਉਂਦੀ ਸੀ, ਹਰ ਚੀਜ਼। ਇਹ ਕੈਸਰਾ ਦਾ ਇਸ ਕਾਤਲ ਦੇ ਨਾਲ ਕੋਈ ਰਿਲੇਸ਼ਨ ਸੀ? ਉਹ ਆ ਖੁਦ ਮੰਨੇ ਨੇ ਦੋਵੇਂ। ਉਹਨੇ ਕਿਹਾ ਇਹਨੂੰ ਪਸੰਦ ਕਰਦੇ ਸੀ। ਕੈਸਰਾ ਨੇ ਕਿਹਾ ਹੈ ਉਹਨੂੰ ਹੱਸ ਨੂੰ ਮਾਰ ਕੇ ਅਸੀਂ ਦੂਰ ਜਗ੍ਹਾ फेंक दे। ਇਹਨਾਂ ਦੀ ਕਿਹਨੇ ਲਾਸ਼ ਲੱਭਣੀ ਕਿੱਥੋਂ? ਤੇ ਮੈਂ ਤੇ ਹੋ ਗਈ ਮਾਲਕ ਫੈਕਟਰੀ ਦੀ। ਇਹ ਸਾਰੀ ਪਲੈਨਿੰਗ ਕੈਸਰਾ ਦੀ ਗਈ ਸੀ? ਕੈਸਰਾ ਦੀ। ਉਹਨੇ ਕਿਹਾ ਫੈਕਟਰੀ ਦੀ ਮੈਂ ਮਾਲਕ ਹੋ ਗਈ ਤੇ ਘਰ ਤੇ ਆਲਰੇਡੀ ਹੈਗਾ ਹੀ ਹੈਗਾ ਨਾ, ਉਹ ਤਾਂ ਮੈਂ ਹਿੱਸੇਦਾਰ, ਬੱਚਿਆਂ ਦੀ ਮਾਂ ਮੈਂ ਹਿੱਸੇਦਾਰ ਹਾਂ। ਤੇ ਆਪਾਂ ਬਾਅਦ ਚ ਉਹ ਮਹੀਨੇ ਬਾਅਦ ਮੈਂ ਵਾਪਸ ਲੈ ਲਾਂਗੇ ਆਪਣਾ ਕੇਸ, ਸੁਲ੍ਹਾ ਕਰ ਲਾਂਗੇ। ਤੇ ਤੁਸੀਂ ਫਿਰ ਆਪਣੇ ਭਾਈ ਨੂੰ ਤਲਾਸ਼ ਕਰਦੇ ਰਹੇ ਤੇ ਕਿਸ ਤਰ੍ਹਾਂ ਫਿਰ ਪਤਾ ਚੱਲਿਆ? ਭਾਈ ਨੇ ਨਾ 1-2 ਬੰਦਿਆਂ ਨੇ ਪੁੱਛਿਆ ਉਰਾਂ ਪਰਾਂ ਘਰ ਕੀ ਗੱਲ ਹੈ, ਥਾਣੇ ਗਿਆ। ਉਹਨੇ ਆਖਿਆ ਤੇਰੀ ਭਰਜਾਈ ਸਵੇਰੇ ਆਈ, ਉਹਨੂੰ ਲਿਆਓ। ਉਹ ਇਹ ਨਹੀਂ ਜਾਂਦੀ ਸੀ, ਛੱਡ ਭਰਾ ਪਿਆ ਜਾਏਗਾ ਇੱਥੇ ਕਿਤੇ ਹੋਣਾ ਪਿਆ ਜਾਏਗਾ।
ਮੇਰੇ ਭਰਾ ਨੇ ਬੜਾ ਭੱਜ ਨੱਸ ਕੀਤੀ ਹੈ। ਦੂਸਰੇ ਦਿਨ ਰਾਤ ਨੂੰ ਤੀਸਰੇ ਦਿਨ ਰਾਤ ਨੂੰ ਉਹਨੇ ਐਪਲੀਕੇਸ਼ਨ ਦਾਇਰ ਕੀਤੀ ਹੈ, ਬੜੀ ਮੁਸ਼ਕਲ ਜਾ ਕੇ ਐਪਲੀਕੇਸ਼ਨ ਦਾਇਰ ਕਰਕੇ ਉਹਨਾਂ ਨੇ ਪਤਾ ਲਵਾਇਆ ਔਰ ਰਜ਼ਵਾਨ ਸ਼ਾਹ ਦਾ। ਰਜ਼ਵਾਨ ਸ਼ਾਹ ਸਾਨੂੰ ਨਹੀਂ ਪਤਾ ਕਿੱਥੋਂ ਦਾ, ਕਿਸੇ ਕੋਈ ਕਾਪੀ ਛਾਪੀ ਨਹੀਂ। ਫਿਰ ਮੁੰਡਿਆਂ ਨੇ ਮੇਰੇ ਭਾਂਜਿਆਂ ਨੇ ਜ਼ਿਆਦਾ ਕੀਤਾ ਕਿ ਇਹ ਬੰਦਾ ਜਿਹੜਾ ਦੋਸਤ ਹੈ ਉਹਨੇ ਆਖਿਆ ਮਾਮੂ ਦਾ ਇਹਦਾ ਹੌਂਡਾ ਲੈ ਕੇ ਅਲੀ ਕਾਲਾ ਤੇ ਫਲਾਣਾ ਬੰਦਾ ਇਹ ਤਾਂ ਸਾਰੇ ਘੁੰਮਦੇ ਰਹਿਣੇ। ਜਿਹੜਾ ਰਿਜ਼ਵਾਨ ਸ਼ਾਹ ਹੈਗਾ ਸੀ ਇਹ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਕਿਵੇਂ ਤੁਹਾਡੇ ਭਰਾ ਦੇ ਕੋਲ ਕੰਮ ਕਰਦਾ ਪਤਾ ਨਹੀਂ, ਸਾਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਪੱਤੋ ਕਿਤੇ ਰਹਿਣ ਵਾਲਾ, ਪੱਤੋ ਤੋਂ ਅੱਗੇ ਕੋਈ ਪਿੰਡ ਹੈ ਹੱਲਾ ਪਿੰਡ, ਉੱਥੋਂ ਰਹਿਣ ਵਾਲਾ ਹੈ, ਹੱਲਾ ਦਾ ਰਹਿਣ ਵਾਲਾ ਸੀ। ਰਹਿਣ ਵਾਲਾ ਸੀ ਤੇ ਉਹਨੇ ਆਏਗਾ। ਇਹਦਾ ਫਿਰ ਕੈਸਰਾ ਦੇ ਨਾਲ ਕਿਵੇਂ ਅਫੇਅਰ ਹੋ ਗਿਆ? ਉਹ ਮੇਰੀ ਗੱਲ ਸੁਣੋ, ਤੁਸੀਂ ਹੁਣ ਇੱਥੋਂ ਦੇ ਵਿਦਾਇਸ਼ ਤਾਂ ਨਹੀਂ ਹੋਣੇ, ਕਿੱਥੋਂ ਦੇ ਜੇ? ਉਹ ਕਿਤੋਂ ਦੁਨੀਆ ਆਈ ਹੈ, ਕਿਵੇਂ ਰਿਲੇਸ਼ਨ ਮੰਨਦੇ ਨੇ ਤੇ ਕਿਵੇਂ ਨਹੀਂ, ਕਿਵੇਂ ਬਣ ਗਿਆ ਇਹ ਤਾਂ ਮਾਲਕ ਜਾਣਦਾ ਜਾਂ ਕੈਸਰਾ ਜਾਣਦੀ ਹੈ। ਸਾਨੂੰ ਤਾਂ ਇਹਨਾਂ ਗੱਲਾਂ ਦਾ ਨਹੀਂ ਪਤਾ। ਉਹ ਫਿਰ ਕੀ ਕਰਾਂ, ਫਿਰ ਉਹਨੇ ਇਹ ਗੱਲ ਕਹੀ, ਉਹਨੇ ਇਹ ਕੈਸਰਾ ਨੂੰ ਅਸੀਂ ਲੱਭਣਾ ਸ਼ੁਰੂ ਹੋ ਗਏ। ਕੈਸਰਾ ਇਹ ਬੱਚੇ ਨਾਲ ਲੜਾਈ, ਉਹਦੇ ਨਾਲ ਲੜਾਈ, ਗਾਲ ਗਲੋਚ ਕਰੇ ਮੇਰੇ ਘਰ ਚ ਤੁਸੀਂ ਮਨੂਸ ਕੇ ਪਾਈ ਹੈ। ਅਸੀਂ ਰੋਣਾ ਸੀ, ਅਸੀਂ ਤਾਂ ਟੱਕਰਾਂ ਹੀ ਮਾਰ ਗਏ, ਸਾਡਾ ਭਰਾ ਭਾਈ ਸੀ। ਆਂਦੀ ਤੁਸੀਂ ਆਂਦੀਆਂ ਜੇ, ਸਾਨੂੰ ਪਤਾ ਕੀ ਲਿਫਾਜ਼ ਕੱਢੇ ਆਂਦੀਆਂ ਜੇ, ਮਨੂਸਕੇ ਤੇ ਪਾਉਂਦੀਆਂ ਜੇ, ਨਿਕਲ ਜਾਓ ਇੱਥੋਂ ਨਿਕਲ ਜਾ। ਮੇਰੇ ਭਰਾ ਨੇ ਨਾ ਜਾ ਕੇਸ ਹੈਂਡਲ ਕਰ ਰਿਹਾ, ਉਹ ਮੈਨੂੰ ਕਹਿੰਦਾ ਮੈਂ ਕਿਹੜੀ ਲੜਾਈ ਲੜਾਂਗਾ ਤੇ ਤੂੰ ਬਾਜੀ ਚਲੀ ਜਾ। ਮੇਰੇ ਭਾਣਜੇ ਨੇ ਆਪਣੇ ਭਤੀਜੇ ਮੇਰੇ ਗੱਡੀ ਕਰਾਈ ਮੈਨੂੰ ਘਰ ਛੱਡ ਆਏ। 3 ਦਿਨ ਅਸੀਂ ਨਹੀਂ ਆਏ, 3 ਦਿਨ ਬੱਚੇ ਇੱਥੇ ਦੇ ਬੱਚਿਆਂ ਨਾਲ ਮਾਸ਼ਾਅੱਲਾ ਜਵਾਨ ਬੱਚੇ ਨੇ ਭਾਣਜੇ ਭਤੀਜੇ, ਉਹ ਆਂਦੇ ਸੀ ਨਾਨੀ ਨੂੰ ਦੱਸੇ ਵੀ ਆਹ ਗੱਲ ਅਸੀਂ ਜੋਈ ਮਾਮੂ ਨੂੰ ਲੈਣਾ, ਆਹ ਗੱਲ ਆਂਦੀਆਂ ਲੜਾਈਆਂ ਪਤੋ ਪਤਾ ਕਿ ਮੇਰੇ ਗੱਲ ਪੈਣ ਕੈਸਰਾ ਚਾਹੁੰਦੀ ਸੀ ਕਿ ਮੇਰੇ ਗੱਲ ਪੈਣ। ਲੜੀਏ ਤੇ ਬੋਲੀ ਤੇ ਮੈਂ ਕਿਹਾ ਕੈਸਰਾ ਸਾਡਾ ਭਰਾ ਹੈ, ਅਸੀਂ ਕਰਨਾ ਹੈ। ਕਹਿੰਦੀ ਭਰਾ ਸੀ, ਹੁਣ ਨਹੀਂ ਲੱਭਦਾ ਤੁਹਾਨੂੰ। ਯਾਨੀ ਕਿ ਉਹਨੂੰ ਕੋਈ ਪਰੇਸ਼ਾਨੀ ਸੀ ਕਿ ਖਾਵਨ ਮੇਰਾ ਗਾਇਬ ਹੋਇਆ? ਹੁਣ ਨਹੀਂ ਲੱਭਦਾ, ਹੁਣ ਨਹੀਂ ਲੱਭਦਾ, ਹੁਣ ਨਹੀਂ ਲੱਭਦਾ। ਉਹ ਇਹੀ ਕਹਿੰਦੀ ਸੀ ਹੁਣ ਨਹੀਂ ਲੱਭਦਾ। ਅੱਗੇ ਤੁਹਾਡਾ ਭਰਾ ਸੀ, ਬੜੇ ਚਿਰ ਤੁਸੀਂ ਸੰਭਾਲ ਲਿਆ, ਬੜੇ ਚਿਰ ਤੈਨੂੰ ਖਾ ਲਿਆ, ਤੂੰ ਘਰ ਬਣਾਇਆ ਆਪਣਾ, ਇਸੇ ਤੋਂ ਬਣਾਇਆ, ਫਲਾਣਾ ਕੰਮ ਕੀਤਾ, ਫਲਾਣੀ ਖਾ ਗਈ। ਤੁਹਾਨੂੰ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਜਦੋਂ ਤੁਸੀਂ ਸ਼ੁਰੂ ਤੋਂ ਦੇਖਦੇ ਸੀ ਤਾਂ ਇਹਨੂੰ ਛੱਡ ਕਿਉਂ ਨਹੀਂ ਸੀ ਦਿੱਤਾ? ਛੱਡ ਅਸੀਂ ਕਹਿੰਦੇ ਛੱਡ, ਸਾਨੂੰ ਅੱਲਾ ਨੇ ਬੱਚਾ ਦਿੱਤਾ ਮਜ਼ਦੂਰ, ਬੱਚਾ ਦਿੱਤਾ ਨਹੀਂ, ਬੱਚਾ ਪੈਦਾ ਹੋਇਆ ਠੀਕ ਸੀ, ਉਹਨੂੰ ਉਹਦੇ ਅੰਦਰ ਪਾਣੀ ਚਲਾ ਗਿਆ ਗੰਦਾ। ਡਾਕਟਰ ਆ ਕਿਹਾ ਇਹਨੂੰ 8 ਟੀਕੇ ਲੱਗਣੇ ਨੇ। ਮੈਂ 4 ਦਿਨ ਉੱਥੇ ਰਹੀ, ਮੈਂ ਇਹਦੀ ਵਾਲਦਾ ਨੂੰ ਕਿਹਾ ਕਿ ਬੱਚੇ ਨੂੰ ਟੀਕੇ ਲਵਾਈ, ਉਹਦੀ ਵਾਲਦਾ ਨੇ ਟੀਕੇ ਨਹੀਂ ਲਵਾਏ। ਉਹਨੇ ਜਾਣਬੁੱਝ ਕੇ ਮਜ਼ਦੂਰ ਕੀਤਾ। ਹਾਂਜੀ, ਉਹਨੇ ਟੀਕੇ ਨਹੀਂ ਲਵਾਏ। ਉਹਨੇ ਕਿਹਾ ਗਰਦਨ ਤੋੜ ਬਾਹਰ ਹੋ ਸਕਦਾ, ਲੱਤਾਂ ਵੀ ਹੋ ਸਕਦੀਆਂ ਨੇ। ਇਹ ਦੂਸਰੇ ਦਿਨ ਮੇਰਾ ਭਰਾ ਪਤਾ ਯਾਸਰ ਕਹਿੰਦਾ ਬਾਜੀ ਆ ਇੱਕ ਵਾਰੀ ਮੈਂ ਗਈ ਤਾਂ ਕਹਿੰਦੀ ਉਹ ਪਤਾ ਕਿ ਮੈਂ ਗਈ ਸਾਂ ਨਰਸਰੀ 'ਚ, ਉਹ ਕਹੀ ਜਿਹੜੀ ਬਾਜੀ ਕਹਿੰਦੀ ਉਹਨੂੰ ਟੀਕੇ ਲੱਗਣ ਵਾਲੇ ਨੇ। ਅੱਛਾ ਬਾਜੀ, ਇਹ ਦੱਸੋ ਕਿ ਫਿਰ ਪਤਾ ਕਿਵੇਂ ਚੱਲਿਆ ਸੀ ਕਿ ਆਸਫ ਨੂੰ ਜਿਹੜਾ ਹੈਗਾ ਨਾ ਕਤਲ ਕਰਕੇ ਤੇ ਉਹਦੀ ਲਾਸ਼ ਕਿੱਥੋਂ ਮਿਲੀ ਸੀ ਔਰ ਕਿਵੇਂ ਦੀ ਸੀ? ਜਿਨਾ ਦੱਸਣਾ ਸ਼ੁਰੂ ਕਰਤਾ, ਅਸੀਂ ਹਰ ਇਲਾਕੇ ਦਾ ਬੰਦਾ ਫੇਰਨਾ ਸ਼ੁਰੂ ਕਰਤਾ। ਸਾਡੇ ਬੰਦੇ ਜੋ ਫਿਰੇ ਤੇ ਨਾਲੇ ਨੂੰ ਮਾਰਿਆ, ਉਹਦਾ ਰਜ਼ਵਾਨ ਸ਼ਾਹ ਨੂੰ ਰਮਾਨ ਲੈਂਦਾ ਉਹਨੂੰ ਮਾਰਿਆ। ਜਦੋਂ ਫਿਰ ਮਾਰਿਆ ਕਿੱਥੋਂ ਫੜਿਆ ਸੀ ਜਾਂ ਫਿਰ ਇਹ ਨਸਿਆ ਹੀ ਨਹੀਂ ਸੀ? ਨਾ ਇਹ ਤੂੰ ਤਾਂ ਬੜੀ ਮੁਸ਼ਕਿਲ 3 ਦਿਨ ਬਾਅਦ ਆਇਆ ਹੈ। ਬੜੇ ਬੰਦੇ ਪਾ ਕੇ ਉਹਦਾ ਭਰਵਈਆ ਫੜਿਆ, ਇਹਦਾ ਚਾਚੇ ਦਾ ਬੇਟਾ ਫੜਿਆ, ਬੜੀ ਮੁਸ਼ਕਿਲ ਪੜੇ ਕਿੰਨੇ ਕੁ ਬੰਦਿਆਂ ਨਾਲ ਲੈ ਕੇ ਆਇਆ 3 ਦਿਨ। ਉਹ ਬੰਦਾ ਨਾ ਹੱਸਿਆ ਕਿ ਜਿਵੇਂ ਨਾ ਕਿਸੇ ਪਾਰਟੀ ਤੇ ਨਹੀਂ ਆਇਆ। ਉਹ ਸਾਰੇ ਪੁਲਿਸ ਵਾਲੇ ਵੀ ਹੱਸਣ ਨੂੰ ਵੀ ਮਜ਼ਾਕ ਕਰਦਾ, ਕਿਉਂਕਿ ਉਹਨੂੰ ਪਤਾ ਸੀ ਨਾ ਪਿੱਛੇ ਪਲੈਨਰ ਬੜੀ ਮਜ਼ਬੂਤ ਹੈਗੀ। ਮਜ਼ਬੂਤ ਹੈ। ਉਹਨੇ ਕਿਹਾ ਵੀ ਹੱਸਣ, ਸਾਡੇ ਮੁੰਡਿਆਂ ਨੂੰ ਗੁੱਸਾ ਚੜੇ, ਉਹ ਹਾਸਾ ਵੇਖ ਕੇ ਕਹਿਣ ਮੁੰਡੇ ਬਣਾਉਣ ਕਹਿੰਦੇ ਨੇ ਉਹ ਹੱਸਦਾ, ਉਹ ਕਿੱਥੋਂ ਮੁੰਡਾ ਹੈ। ਉਹ ਤੋਂ ਪਰੇ ਮੇਰਾ ਭਾਂਜਾ ਕਹਿੰਦਾ ਪਰੇਸ਼ਾਨੀ ਨਹੀਂ। ਹੁਣ ਤਾਂ ਹੁੰਦਾ ਨਾ ਮੱਥੇ ਐਵੇਂ ਬੰਦਾ ਫੜਿਆ ਜਾ ਬੰਦਾ ਪਰੇਸ਼ਾਨ, ਮੈਨੂੰ ਪੁਲਿਸ ਲੈ ਗਈ, ਉਹਦੇ ਤੋਂ ਪਰੇਸ਼ਾਨੀ ਚੁਆਣੀ ਦੀ ਨਹੀਂ ਗਈ। ਉਹਨੇ ਕਰਵਾਇਆ ਗਿਆ ਸੀ, ਉਹਨੂੰ ਪਤਾ ਸੀ ਕਿ ਮੈਨੂੰ ਛੁਡਵਾ ਦੇਣਾ ਹੈ। ਉਹਨੇ ਨਹੀਂ ਉਹਨਾਂ ਨੂੰ ਇਹ ਸੀ ਕਿ ਆਸਫ ਨਹੀਂ ਲੱਭਣਾ। ਅੱਛਾ, ਆਸਫ ਦੀ ਲਾਸ਼ ਦਾ ਉਹਨੂੰ ਨਹੀਂ ਸੀ ਪਤਾ? ਨਹੀਂ ਉਹਨੂੰ ਪਤਾ ਸੀ ਆਸਫ ਨਹੀਂ ਲੱਭਣਾ। ਉਹ ਬੜਾ ਖੁਸ਼ ਸੀ, ਇਹ ਘਰ ਖੁਸ਼ ਸੀ, ਉੱਥੇ ਖੁਸ਼ ਸੀ। ਤੇ ਅਸੀਂ ਕਹੀਏ ਕਿ ਬੇਵਕੂਫ ਪਾਗਲ ਹੈਗੀ ਇੰਜ ਕਰ, ਸਾਨੂੰ ਕੀ ਪਤਾ ਮਰਵਾ ਕੇ ਕਰਦੀ। ਉਹ ਜਦੋਂ ਉਹਨੂੰ ਮਾਰ ਪਈ ਹੈ ਨਾ, ਉਦੋਂ ਉਹਨੇ ਕਿਹਾ ਮੌਕਾ ਵਾਰਦਾਤ ਲੈ ਕੇ ਜਾਓ। ਮੌਕਾ ਵਾਰਦਾਤ ਗਿਆ, ਉਹਨੇ ਕਿਹਾ ਮੈਂ ਇਹਨੂੰ ਮਾਰਿਆ ਤੇ ਪਹਿਲਾਂ ਨਸ਼ਾ ਕੀਤਾ, ਫਿਰ ਇਹਨੂੰ ਫੇਰ ਮਾਰਿਆ, ਫਿਰ ਮੈਂ ਗੁੱਟ ਚਲ ਗਿਆ, ਫਿਰ ਮੈਨੂੰ ਬੰਨਿਆ, ਉਹਦੀ ਬੰਨ ਕੇ ਮੈਂ ਉਹਨੂੰ ਇਸ ਤਰ੍ਹਾਂ ਕੀਤਾ, ਖੋਲ ਦਿੱਤਾ ਕੱਢ ਕੇ ਬਾਥਰੂਮ ਦੇ ਪੀਟਰ 'ਚੋਂ ਗੋਲੀ ਮਾਰੀ ਸੀ। ਗੋਲੀ ਮਾਰੀ ਤੇ ਜਦੋਂ ਗੋਲੀ ਮਾਰੀ ਸੀ ਉਦੋਂ ਕੈਸਰਾ ਵੀ ਉੱਥੇ ਮੌਜੂਦ ਸੀ? ਇਹ ਬਾਅਦ 'ਚ ਦੱਸਿਆ ਉਹਨੇ, ਇਹ ਗੱਲਾਂ ਕਰਕੇ ਬੰਨ ਕੇ ਜਦੋਂ ਦੂਸਰੇ ਦਿਨ ਮਾਰ ਪਈ, ਉਹਨੇ ਕਿਹਾ ਉਹਦੀ ਬੇਗਮ ਲੈ ਕੇ ਆਓ, ਮੈਡਮ ਨੂੰ ਲੈ ਕੇ ਆਓ। ਮੈਡਮ ਲੈ ਗਏ, ਉਹਨੇ ਕਿਹਾ ਮੌਜੂਦ ਸੀ ਉਸ ਟਾਈਮ। ਮੈਂ ਨਸ਼ਾ ਕੁਝ ਇਹਨੇ ਆਪਣੀ ਅੱਖਾਂ ਦੇ ਸਾਹਮਣੇ ਕਰਵਾਇਆ ਸੀ, ਮਰਵਾ ਕੇ ਮੇਰੇ ਨਾਲ ਗਲੀ ਬਣਾ ਕੇ ਕੈਸਰਾ ਗਈ ਹੈ, ਸਫਾਈ ਕਰਕੇ ਗਈ ਹੈ। ਕੀ ਐਡਾ ਉਹਦੇ ਕੋਲੋਂ ਉਹਨੂੰ ਗੁੱਸਾ ਸੀ ਆਪਣੇ ਖਾਵੰਦ ਕੋਲੋਂ ਕਿ ਇੰਨਾ ਬੇਦਰਦੀ ਨਾਲ ਮਰਵਾਇਆ? ਉਹਨੂੰ ਗੁੱਸਾ ਨਹੀਂ ਸੀ, ਉਹਨੂੰ ਲਾਲਚ ਨਜ਼ਰ ਆਉਂਦਾ ਸੀ, ਮਸ਼ੀਨਾਂ ਨਜ਼ਰ ਆਉਂਦੀਆਂ ਸੀ। ਹੁਣ ਮਸ਼ੀਨ ਲਈ ਨਵੀਂ 80-90 ਹਜ਼ਾਰ ਦੀ ਮਸ਼ੀਨ ਹੈ, ਬਾਕੀ ਮਸ਼ੀਨਾਂ ਬਾਅਦ ਕਰੋੜ ਦਾ ਕੰਮ ਹੈਗਾ ਉੱਥੇ, ਤੇ ਘਰ ਵੀ ਤਾਂ ਹੋਏਗਾ। ਉਹਨੇ ਆਖਿਆ, ਉਹਨੂੰ ਕਿਹਾ ਕਿ ਇਹਨੂੰ ਮਾਰ ਕੇ ਟਿਕਾਣੇ ਲਾ ਦੇ, ਇਹਦੇ ਕਿਹੜੇ ਵਾਲੀਬਾਲ ਏਡੇ ਲੰਮੇ ਚੌੜੇ ਬੱਚੇ ਆ ਵੀ ਆਪਣੇ ਵਕਤ ਵਾਲਾ, ਦੂਜਾ ਵੀ ਆਪਣੇ ਮੋਟਰ ਮਕਾਨ, ਉਹ ਵੀ ਸਵੇਰ ਨੂੰ ਜਾਂਦਾ 2 ਵਜੇ ਕਿਤੇ ਹੁੰਦਾ, ਤੇ ਪਿਓ ਬੁੱਢਾ ਅੱਖੋਂ ਨਜ਼ਰ ਨਹੀਂ ਆਉਂਦਾ। ਕਿੰਨੀ ਹਿੰਮਤ ਦੀ ਕਰਨੀ ਹੈ, ਤੂੰ ਟਿਕਾਣੇ ਲਾ, ਇਹ ਤਾਂ ਕਿਹੜਾ ਵਾਲੀਬਾਲ